ਨੀਤੀ। ਅਕਲ ਤੇ ਚਤੁਰਾਈ 'ਚ ਅੰਤਰ ਹੈ। ਪਿੰਡੋਂ ਆ ਕੇ ਚੰਡੀਗੜ੍ਹ ਵਾਸਤੇ ਇੱਕ ਦੋਧੀ ਨੇ ਆਪਣੇ ਮਕਾਨ ਦੀਆਂ ਉੱਪਰਲੀਆਂ 2 ਛੱਤਾਂ 'ਤੇ ਛੋਟੇ ਛੋਟੇ ਕਮਰੇ ਬਣਾ ਕੇ ਵਿਦਿਆਰਥੀਆਂ ਨੂੰ ਕਿਰਾਏ 'ਤੇ ਦੇਣ ਦਾ ਕਾਰਜ ਆਰੰਭਿਆ, ਜਿਹੜੇ 2-3 ਸਾਲਾਂ ਵਿੱਚ ਕੋਰਸ ਮੁੱਕਣ 'ਤੇ ਆਪੇ ਹੀ ਛੱਡ ਜਾਂਦੇ ਸਨ। ਦੋਧੀ ਨਿਰੋਲ ਅਨਪੜ੍ਹ ਤੇ ਵਿਦਿਆਰਥੀ ਨੇੜਲੀ ਯੂਨੀਵਰਸਿਟੀ 'ਚ ਉਚੇਰੀ ਪੜ੍ਹਾਈ ਕਰਨ ਵਾਲੇ। ਉਹ ਕਮਰਾ ਕਿਰਾਏ 'ਤੇ ਦੇਣ ਲਈ ਇੱਕ ਹੀ ਪੈਮਾਨਾ ਸਾਹਮਣੇ ਰੱਖਦਾ ਸੀ। ਜੇ ਪਹਿਲਾ ਵਿਦਿਆਰਥੀ ਪੰਜਾਬ ਦਾ ਸੀ ਤਾਂ ਦੂਜਾ ਹਰਿਆਣੇ ਦਾ, ਤੀਜਾ ਹਿਮਾਚਲ ਦਾ ਹੋਵੇ ਅਤੇ ਚੌਥਾ ਜੰਮੂ ਦਾ। ਜੇ ਕਮਰੇ ਬਚ ਜਾਂਦੇ ਸਨ ਤਾਂ ਪੰਜਾਬ ਦੇ ਵਿਦਿਆਰਥੀਆਂ ਨੂੰ ਉਹ ਮਾਝੇ, ਮਾਲਵੇ ਅਤੇ ਦੁਆਬੇ ਦੇ ਆਧਾਰ 'ਤੇ ਰੱਖਦਾ ਸੀ। ਇਹ ਨਿਸ਼ਚਿਤ ਕਰਦਾ ਸੀ ਕਿ ਇਹ ਵਿਦਿਆਰਥੀ ਏਕਾ ਨਾ ਕਰ ਲੈਣ। ਉਹਦੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਨਾਲ ਏਕਾ ਤਾਂ ਸੰਭਵ ਹੀ ਨਹੀਂ ਸੀ, ਸਗੋਂ ਆਪਸ ਵਿੱਚ ਖਹਿਬਾਜ਼ੀ ਹੁੰਦੀ ਸੀ ਅਤੇ ਉਹ ਦੋਧੀ ਫੈਸਲਾ ਕਰਨ ਵਾਲਾ ਜੱਜ ਬਣ ਜਾਂਦਾ ਸੀ। ਵਿਦਿਆਰਥੀ ਉਹਦੀ ਨੀਤੀ ਨੂੰ ਸਮਝਦੇ ਸਨ। ਵਿਦਿਆਰਥੀਆਂ ਨੇ ਉਹਦਾ ਨਾਂ ਲੂੰਬੜ ਪਾਇਆ ਹੋਇਆ ਸੀ ਅਤੇ ਸੰਖੇਪ ਵਿੱਚ ਉਹਨੂੰ ਲੂੰਬਾ ਸਾਹਿਬ ਕਹਿੰਦੇ ਸਨ। ਧੰਨਵਾਦ। ਦੁਚਿੱਤੀ। ਗੁਰੂ ਦੱਸ ਰਿਹਾ ਸੀ, ਜੇ ਕਿਸੇ ਦੀ ਕੋਈ ਮੰਗ ਪੂਰੀ ਕਰਨ ਲਈ ਕੁਝ ਦੇਣਾ ਪਏ ਤਾਂ ਉਸੇ ਵੇਲੇ ਨਾ ਦਿਓ, 1-2 ਦਿਨ ਜਾਂ ਹਫ਼ਤੇ ਮਗਰੋਂ ਦਿਓ। ਚੇਲੇ ਨੇ ਪੁੱਛਿਆ, ਕਿਉਂ? ਗੁਰੂ ਨੇ ਦੱਸਿਆ, ਜੀਵਨ ਦਾ ਤਜਰਬਾ ਦੱਸਦਾ ਹੈ ਕਿ ਲੋਕ ਉਸੇ ਚੀਜ਼ ਨੂੰ ਮੁੱਲਵਾਨ ਪ੍ਰਾਪਤੀ ਸਮਝਦੇ ਹਨ ਜਿਸ ਨੂੰ ਪ੍ਰਾਪਤ ਕਰਨ ਦੇ ਪੱਖੋਂ ਉਹਨਾਂ ਦੇ ਮਨ ਵਿੱਚ ਦੁਚਿੱਤੀ ਉਪਜੇ ਕਿ ਪਤਾ ਨਹੀਂ ਮਿਲੇਗੀ ਕਿ ਨਹੀਂ। ਧੰਨਵਾਦ। ਦ੍ਰਿੜਤਾ। ਸ਼ਿਵਾਜੀਨਗਰ ਸੰਸਾਰ ਦਾ ਪਹਿਲਾ ਅੱਵਲ ਦਰਜੇ ਦਾ ਬਾਡੀ ਬਿਲਡਰ ਮੰਨਿਆ ਜਾਂਦਾ ਹੈ। ਜਦੋਂ ਬਾਡੀ ਬਿਲਡਿੰਗ ਮੁਕਾਬਲਿਆਂ ਤੋਂ ਮੁਕਤ ਹੋ ਗਿਆ ਤਾਂ ਇੱਕ ਪੱਤਰਕਾਰ ਨੇ ਪੁੱਛਿਆ, ਹੁਣ ਕੀ ਕਰੋਗੇ? ਸ਼ਿਵਾਜੀਨਗਰ ਨੇ ਕਿਹਾ, ਹੁਣ ਮੈਂ ਸੰਸਾਰ ਦਾ ਅੱਵਲ ਫਿਲਮੀ ਅਦਾਕਾਰ ਬਣਾਂਗਾ। ਪੱਤਰਕਾਰ ਨੇ ਸੋਚਿਆ, ਜਿਹਨੇ ਕਦੇ ਅਦਾਕਾਰੀ ਕੀਤੀ ਨਹੀਂ, ਸਿੱਖੀ ਨਹੀਂ, ਉਹਦਾ ਅੱਵਲ ਅਦਾਕਾਰ ਬਣਨਾ ਕਿਵੇਂ ਸੰਭਵ ਹੋ ਸਕਦਾ? ਪੱਤਰਕਾਰ ਨੇ ਪੁੱਛਿਆ, ਤੁਸੀਂ ਸੰਸਾਰ ਦੇ ਅੱਵਲ ਅਦਾਕਾਰ ਕਿਵੇਂ ਬਣੋਗੇ? ਜਿਵੇਂ ਮੈਂ ਸੰਸਾਰ ਦਾ ਅੱਵਲ ਬਾਡੀ ਬਿਲਡਰ ਬਣਿਆ ਹਾਂ। ਹੁਣ ਮੈਂ ਹਰੇਕ ਸ਼ੀਸ਼ੇ ਵਿੱਚੋਂ ਆਪਣੇ ਆਪ ਨੂੰ ਅੱਵਲ ਅਦਾਕਾਰ ਵਜੋਂ ਵੇਖਾਂਗਾ। ਕੁਝ ਹੀ ਸਾਲਾਂ ਵਿੱਚ ਉਹ ਸੰਸਾਰ ਦਾ ਸਭ ਤੋਂ ਵੱਧ ਰੇਟ ਵਾਲਾ ਅਦਾਕਾਰ ਬਣਿਆ। ਧੰਨਵਾਦ। ਵਿਸ਼ਵ ਆਗੂ। ਯੂਰਪ ਨੇ ਵਿਗਿਆਨ ਰਾਹੀਂ ਕੁਦਰਤ ਦੇ ਭੇਤ ਲੱਭੇ ਅਤੇ ਇਹਨਾਂ ਨੂੰ ਮਨੁੱਖ ਜਾਤੀ ਦੀ ਸੇਵਾ ਵਿੱਚ ਲਾਇਆ। ਇਹਨਾਂ ਕਾਰਨਾਂ ਕਰਕੇ ਯੂਰਪ ਵਿਸ਼ਵ ਦਾ ਆਗੂ ਬਣਿਆ। ਭਾਵ ਪਾਣੀ ਅੰਦਰ ਸੀ, ਪਰ ਧਰਮ ਇਸ ਬਾਰੇ ਨਾ ਦੱਸ ਸਕਿਆ। ਇਸ ਨੂੰ ਵਿਗਿਆਨ ਨੇ ਲੱਭਿਆ ਅਤੇ ਇੰਜਣ ਦੀ ਕਾਢ ਕੱਢੀ। ਧਾਤਾਂ ਮਿੱਟੀ ਵਿੱਚ ਮਿਲੀਆਂ ਹੋਈਆਂ ਹਨ। ਧਾਤਾਂ ਨਾਲ ਮਸ਼ੀਨਾਂ ਅਤੇ ਸੰਦ ਬਣੇ, ਜਿਨ੍ਹਾਂ ਨਾਲ ਉਦਯੋਗਿਕ ਕ੍ਰਾਂਤੀ ਆਈ ਅਤੇ ਸਾਰੇ ਸੰਸਾਰ ਦਾ ਜੀਵਨ ਪੱਧਰ ਸੁਧਰਿਆ। ਪਾਣੀ ਵਿੱਚ ਬਿਜਲੀ ਸੀ, ਧਰਤੀ ਥੱਲੇ ਤੇਲ ਸੀ, ਹਵਾ ਵਿੱਚ ਕਰੰਟ ਦੀਆਂ ਲਹਿਰਾਂ ਨੇ ਰੇਡੀਓ ਰਾਹੀਂ ਸੰਚਾਰ ਸੰਭਵ ਬਣਾਇਆ। ਇਹਨਾਂ ਕਾਰਨਾਂ ਲੱਭਤਾਂ, ਖੋਜਾਂ, ਕਾਢਾਂ ਕਰਕੇ ਵਿਕਾਸ ਦੀ ਦ੍ਰਿਸ਼ਟੀ ਤੋਂ ਵਿਗਿਆਨ ਧਰਮ ਦਾ ਅਗਲੇਰਾ ਪੜਾਅ ਬਣਿਆ ਅਤੇ ਪ੍ਰਵਾਨ ਹੋਇਆ। ਧੰਨਵਾਦ। ਵੱਡੀ ਖਬਰ। ਸੰਪਾਦਕ ਨੇ ਨਵੇਂ ਰਿਪੋਰਟਰ ਨੂੰ ਇੱਕ ਵਿਵਾਦੀ ਵਿਆਹ 'ਤੇ ਖਬਰ ਬਣਾਉਣ ਲਈ ਭੇਜਿਆ। ਉਹਨੇ ਵਾਪਸ ਆ ਕੇ ਕਿਹਾ, ਖਬਰ ਤਾਂ ਹੈ ਹੀ ਨਹੀਂ, ਲਾੜੀ ਜੈਮਾਲਾ ਪਾਉਣ ਲਈ ਆਈ ਹੀ ਨਹੀਂ। ਮੂਰਖ, ਇਹ ਤਾਂ ਹੋਰ ਵੀ ਵੱਡੀ ਖਬਰ ਬਣ ਗਈ ਹੈ। ਧੰਨਵਾਦ। ਵਿਕਾਸ। ਸੰਸਾਰ ਦੇ 50 ਸੁਤੰਤਰ ਮੁਸਲਿਮ ਦੇਸ਼ ਵਿਕਾਸ ਦੀ ਆਪਣੀ ਕੋਈ ਦਿਸ਼ਾ ਨਹੀਂ ਸਿਰਜ ਸਕੇ, ਕਿਉਂਕਿ ਉਹਨਾਂ ਦੀ ਸੋਚ ਅਤੀਤ ਵਿੱਚ ਹੀ ਫਸੀ ਹੋਈ ਹੈ। 12ਵੀਂ ਸਦੀ ਵਿੱਚ ਵਿਸ਼ਵ ਦੇ ਬਹੁਤੇ ਹਿੱਸੇ 'ਤੇ ਮੁਸਲਮਾਨਾਂ ਦਾ ਰਾਜ ਸੀ। ਹੌਲੀ ਹੌਲੀ ਪੱਛਮੀ ਦੇਸ਼ਾਂ ਦੀ ਬਸਤੀਵਾਦੀ ਨੀਤੀ ਨੇ ਇਹਨਾਂ ਦੇ ਰਾਜ ਦੀ ਪਕੜ ਨੂੰ ਢਿੱਲਾ ਕੀਤਾ। ਤਾਕਤ ਖੁੱਸਣ ਉਪਰੰਤ ਮੁਸਲਮਾਨਾਂ ਨੇ ਆਪਣੀਆਂ ਕੀਤੀਆਂ ਵਧੀਕੀਆਂ ਭੁਲਾ ਦਿੱਤੀਆਂ ਅਤੇ ਆਪਣੇ ਨਾਲ ਹੋਈਆਂ ਵਧੀਕੀਆਂ ਦਾ ਬਦਲਾ ਲੈਣ ਦੇ ਰਾਹ ਪੈ ਗਏ। ਇਸ ਨੂੰ ਇਹਨਾਂ ਨੇ ਜਹਾਦ ਦਾ ਨਾਂ ਦਿੱਤਾ। ਮਰਨ ਮਾਰਨ ਦੀ ਇਸ ਨੀਤੀ ਕਾਰਨ ਇਹ ਵਿਕਾਸ ਕਰਨਾ ਭੁੱਲ ਗਏ। ਧੰਨਵਾਦ। ਭੁਲੇਖੇ। ਅੰਧ ਵਿਸ਼ਵਾਸੀ ਧਰਮ ਜਿਹੜਾ ਸੱਚ ਲੱਭ ਰਹੇ ਸਨ, ਉਹ ਭਾਲ ਨਹੀਂ ਸੀ, ਭਟਕਣ ਸੀ। ਉਹ ਖੋਜ ਨਹੀਂ ਸੀ, ਖੱਜਲ ਖੁਆਰੀ ਸੀ। ਧਰਮਾਂ ਨੇ ਆਪ ਹੀ ਇਹ ਭਾਲ ਹੁਣ ਤਿਆਗ ਦਿੱਤੀ ਹੈ। ਈਸਾਈ ਧਰਮ ਵਿੱਚ ਸੈਂਕੜੇ ਸਾਲ ਪਾਦਰੀ ਕਹਿੰਦੇ ਰਹੇ, ਈਸਾ ਆਉਣ ਵਾਲਾ ਹੈ, ਉਡੀਕ ਕਰੋ। ਲਗਭਗ 1000 ਸਾਲ ਉਡੀਕਣ ਮਗਰੋਂ ਉਹਨਾਂ ਨੇ ਕਹਿਣਾ ਆਰੰਭਿਆ,
ਈਸਾ ਸਾਨੂੰ ਉਡੀਕ ਰਿਹਾ ਹੈ। ਇੱਕ ਇੱਕ ਧਾਰਮਿਕ ਵਿਅਕਤੀ ਨੂੰ 1000 ਟਨ ਸੋਨਾ ਦੱਬੇ ਹੋਣ ਦਾ ਸੁਪਨਾ ਆਇਆ। ਅਗਲੇ ਦਿਨ ਜ਼ੋਰ ਸ਼ੋਰ ਨਾਲ ਪੁਟਾਈ ਸ਼ੁਰੂ ਕਰਵਾ ਦਿੱਤੀ, ਪਰ 1000 ਟਨ ਸੋਨੇ ਦਾ ਵਿਚਾਰ ਉਹਨੂੰ ਆਪ ਹੀ ਹਾਸੋਹੀਣਾ ਲੱਗਣ ਲੱਗ ਪਿਆ ਤੇ 11 ਦਿਨਾਂ ਮਗਰੋਂ ਭਾਲ ਤਿਆਗ ਦਿੱਤੀ। ਇੱਕ ਇੱਕ ਕਰਕੇ ਸਾਰੇ ਅੰਧ ਵਿਸ਼ਵਾਸੀ ਭੁਲੇਖੇ ਦੂਰ ਹੋ ਰਹੇ ਹਨ। ਧੰਨਵਾਦ। ਖੁੱਲ੍ਹੇ ਸਕੂਲ। ਬੱਚਿਆਂ ਨੂੰ ਪਾਓ ਖੁੱਲ੍ਹੇ ਸਕੂਲਾਂ ਵਿੱਚ। ਵੇਖੋ ਗਰਾਊਂਡ ਕਿੰਨੀ ਵੱਡੀ ਹੈ, ਇਮਾਰਤ ਕਿੰਨੀ ਮਜ਼ਬੂਤ ਤੇ ਵਿਸ਼ਾਲ ਹੈ। ਜੇ ਆਲਾ ਦੁਆਲਾ ਵਿਸ਼ਾਲ ਹੋਏਗਾ ਤਾਂ ਹੀ ਮਨ ਖੁੱਲ੍ਹਾ ਤੇ ਮੱਤ ਉੱਚੀ ਹੋਏਗੀ, ਦ੍ਰਿਸ਼ਟੀ ਵਿਸ਼ਾਲ ਹੋਏਗੀ, ਹਿਰਦਾ ਉਦਾਰ ਹੋਏਗਾ, ਸੋਚਾਂ ਉੱਚੀਆਂ ਹੋਣਗੀਆਂ, ਨਜ਼ਰ ਦੂਰ ਤੱਕ ਵੇਖੇਗੀ, ਸਿਰ ਉੱਚਾ ਹੋ ਸਕੇਗਾ, ਵਿਹਾਰ ਵਿੱਚ ਖੁਲਾਸਾਪਣ ਆਏਗਾ। ਧੰਨਵਾਦ। ਰੱਬ ਤੋਂ ਮੰਗ। ਪੋਲੀਓ ਨਾਲ ਨਕਾਰਾ ਹੋਈਆਂ ਲੱਤਾਂ ਕਾਰਨ ਫੂੜੀਆਂ ਨਾਲ ਚੱਲਣ ਵਾਲੀ ਵਿਦਿਆਰਥਣ ਬਾਕੀ ਲੜਕੀਆਂ ਨੂੰ ਪਰੇਡ ਕਰਦਿਆਂ ਵੇਖ ਹੀ ਸਕਦੀ ਹੈ। ਪਰੇਡ ਤੋਂ ਮਗਰੋਂ ਸਾਰੀਆਂ ਲੜਕੀਆਂ ਨੂੰ ਜੁੜੇ ਹੱਥਾਂ ਨਾਲ ਜੋ ਮੰਗ ਹੈ ਠਾਕਰ ਆਪਣੇ 'ਤੇ ਗਾਉਂਦਿਆਂ ਵੇਖ ਕੇ ਉਹ ਸੋਚਦੀ ਹੈ, ਇਹ ਸਾਰੀਆਂ ਸਾਬਤ ਹਨ, ਫਿਰ ਆਪਣੇ ਠਾਕਰ ਤੋਂ ਹੋਰ ਕੀ ਮੰਗ ਰਹੀਆਂ ਹਨ। ਧੰਨਵਾਦ। ਦਿਲ ਕਰਦਾ ਹੈ। ਮੇਰਾ ਦਿਲ ਕਰਦਾ ਹੈ ਕਿ ਜੰਗਲ 'ਚ ਸਾਡੀ ਨਿੱਕੀ ਜਿਹੀ ਝੁੱਗੀ ਹੋਵੇ, ਜਿਸ ਨੂੰ ਮੈਂ ਰੋਜ਼ ਲਿੱਪਾਂ ਪੋਚਾਂ ਤੇ ਸਵਾਰਾਂ, ਲੱਕੜਾਂ ਦੀ ਮੱਠੀ ਮੱਠੀ ਅੱਗ 'ਤੇ ਦਾਲ ਰੋਟੀ ਬਣਾਵਾਂ, ਫਿਰ ਬੂਹੇ 'ਚ ਖਲੋ ਕੇ ਆਪਣੇ ਪਿਆਰੇ ਨੂੰ ਉਡੀਕਾਂ। ਜਦੋਂ ਥੱਕਿਆ ਟੁੱਟਿਆ ਮਿੱਟੀ ਨਾਲ ਲੱਥ-ਪੱਥ ਘਰ ਆਵੇ ਤਾਂ ਉਹਦੇ ਹੱਥ ਪੈਰ ਧੋਵਾਂ, ਉਹਨੂੰ ਨੁਹਾਵਾਂ, ਦੋਵੇਂ ਰਲ ਕੇ ਰੋਟੀ ਖਾਈਏ ਤੇ ਜ਼ਮੀਨ 'ਤੇ ਹੀ ਲੇਟ ਜਾਈਏ ਤੇ ਉਹ ਮੈਨੂੰ ਬਹੁਤ ਪਿਆਰ ਕਰੇ। ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਵਿਆਹ ਹੋ ਗਿਆ ਤੰਗ ਗਲੀਆਂ ਵਾਲੇ ਚਮੜੇ ਦੀ ਮੁਸ਼ਕ ਵਾਲੇ ਕਾਨਪੁਰ ਵਿੱਚ। ਨੁਕਸ ਸੁਪਨੇ ਵਿੱਚ ਸੀ, ਯਥਾਰਥ ਵਿੱਚ ਨਹੀਂ। ਧੰਨਵਾਦ। ਜੁੜਨਾ। ਜਦੋਂ ਕੁਝ ਵੱਡਾ ਵਾਪਰ ਰਿਹਾ ਹੋਵੇ ਤਾਂ ਹਰ ਕੋਈ ਉਸ ਨਾਲ ਜੁੜਨ ਦਾ ਯਤਨ ਕਰਦਾ ਹੈ। ਜਿਸ ਦਿਨ ਅਮਰੀਕਾ ਦਾ ਨੀਲ ਆਰਮਸਟਰਾਂਗ ਚੰਦਰਮਾ 'ਤੇ ਉਤਰਿਆ ਸੀ, ਉਸ ਦਿਨ ਸਾਰੇ ਅਮਰੀਕਾ ਵਿੱਚ ਕੋਈ ਚੋਰੀ, ਕੋਈ ਕਤਲ, ਕੋਈ ਜੁਰਮ ਨਹੀਂ ਸੀ ਹੋਇਆ, ਕਿਉਂਕਿ ਹਰ ਕੋਈ ਉਤਸ਼ਾਹ ਵਿੱਚ ਸੀ। 84 ਵਿੱਚ ਜਦੋਂ ਅਕਾਲ ਤਖਤ 'ਤੇ ਫੌਜ ਨੇ ਹਮਲਾ ਕੀਤਾ ਸੀ, ਉਸ ਰਾਤ ਕਿਸੇ ਸਿੱਖ ਦੇ ਘਰ ਰੋਟੀ ਨਹੀਂ ਸੀ ਪੱਕੀ, ਕਿਉਂਕਿ ਹਰ ਕੋਈ ਸੋਗ ਵਿੱਚ ਸੀ। ਧੰਨਵਾਦ। ਚਿੱਤਰਕਾਰੀ। ਕਈ ਕੋਰਸਾਂ ਵਿੱਚ ਦਾਖਲਾ ਲੈ ਕੇ ਛੱਡਣ ਉਪਰੰਤ ਜਵਾਨ ਨੇ ਅਖੀਰ ਚਿੱਤਰਕਾਰੀ ਦਾ ਕੋਰਸ ਕੀਤਾ। ਉਹਦੇ ਚਿੱਤਰਾਂ ਦੀ ਨੁਮਾਇਸ਼ ਸੀ ਦਿੱਲੀ ਵਿੱਚ, ਇਨਾਮ ਮਿਲਣਾ ਸੀ। ਵਿਹਲਾ ਮਾਮਾ ਵੀ ਪਹੁੰਚ ਗਿਆ, ਪਰ ਉਹਨੂੰ ਕੇਵਲ ਪਹਿਲਵਾਨਾਂ ਨੂੰ ਮਿਲਣ ਵਾਲੇ ਇਨਾਮਾਂ ਦਾ ਪਤਾ ਸੀ। ਮਾਮੇ ਨੇ ਭਾਣਜੇ ਨੂੰ ਪੁੱਛਿਆ, ਤੂੰ ਕਿਹੜੇ ਪਹਿਲਵਾਨ ਨਾਲ ਘੋਲ ਕੀਤਾ? ਜੇ ਘੋਲ ਨਹੀਂ ਕੀਤਾ ਤਾਂ ਕੁਝ ਕੀਤਾ ਹੋਏਗਾ ਜਿਹੜਾ ਤੂੰ ਦਿੱਲੀ ਆ ਕੇ ਰੌਲਾ ਪਾ ਰਿਹਾ। ਮਾਤਾ ਪਿਤਾ ਅਨਪੜ੍ਹ, ਪੁੱਤਰ ਕਲਾਕਾਰ। ਮਾਮੇ ਨੇ ਭਣੋਈਏ ਨੂੰ ਇਨਾਮ ਬਾਰੇ ਦੱਸਿਆ। ਪਿਓ ਨੇ ਕਿਹਾ, ਮਿਲਿਆ ਹੋਊ ਇਨਾਮ ਸ਼ਨਾਮ, ਮੈਂ ਤਾਂ ਅੱਧੀ ਜ਼ਮੀਨ ਘੋਲ ਕੇ ਉਹਦੇ ਸਿਰ 'ਚ ਪਾਈ ਹੋਈ ਹੈ। ਇਹ ਸਾਰੀ ਰਾਤ ਕਰਦਾ ਕੀ ਰਹਿੰਦਾ? ਮਾਮੇ ਨੇ ਆਪਣੀ ਅਕਲ ਅਨੁਸਾਰ ਕਿਹਾ, ਤੈਨੂੰ ਨਹੀਂ ਪਤਾ, ਪਟਵਾਰੀ ਵਾਂਗ ਇਹਨੇ ਜਿੱਥੇ ਲੀਕ ਲਾ ਦੇਣੀ ਹੈ ਉਹਦਾ ਮੁੱਲ ਪੈ ਜਾਣਾ। ਅਨਪੜ੍ਹਾਂ ਦੇ ਪਰਿਵਾਰ ਵਿੱਚੋਂ ਕਿਸੇ ਦਾ ਪੜ੍ਹ ਲਿਖ ਜਾਣਾ ਅਕਸਰ ਉਹਨਾਂ ਦੇ ਚੌਖਟੇ ਵਿੱਚ ਨਹੀਂ ਆਉਂਦਾ। ਧੰਨਵਾਦ। ਪਾਬਲੋ ਨਰੂਦਾ। ਚਿਲੀ ਦਾ ਕ੍ਰਾਂਤੀਕਾਰੀ ਆਗੂ ਪਾਬਲੋ ਨਰੂਦਾ ਆਗੂ ਹੀ ਨਹੀਂ ਸੀ, ਹਰਮਨ ਪਿਆਰਾ ਕਵੀ ਵੀ ਸੀ ਤੇ ਦੋਵੇਂ ਗੁਣਾਂ ਕਰਕੇ ਸਾਰੇ ਵਿਸ਼ਵ ਵਿੱਚ ਪ੍ਰਸਿੱਧ ਸੀ। ਆਪਣੇ ਘਰ ਨੂੰ ਸਜਾਉਣ ਲਈ ਉਹ ਜਿੱਥੇ ਜਾਂਦਾ ਸੀ ਉੱਥੋਂ ਦੇ ਕਬਾੜੀਆਂ ਤੋਂ ਪੁਰਾਣੀਆਂ ਮੂਰਤੀਆਂ ਖਰੀਦਦਾ ਸੀ। ਪੈਰਿਸ ਵਿੱਚ ਘੁੰਮਦਿਆਂ ਉਹਨੂੰ ਇੱਕ ਮੂਰਤੀ ਬੜੀ ਪਸੰਦ ਸੀ, ਪਰ ਦੁਕਾਨਦਾਰ ਦੀ ਉਹ ਨੁਮਾਇਸ਼ੀ ਮੂਰਤੀ ਸੀ ਜਿਹੜੀ ਉਹ ਵੇਚਣੀ ਨਹੀਂ ਸੀ ਚਾਹੁੰਦਾ। ਜਦੋਂ ਨਰੂਦਾ ਨੇ ਦੱਸਿਆ ਕਿ ਉਹ ਚਿਲੀ ਤੋਂ ਹੈ ਤਾਂ ਦੁਕਾਨਦਾਰ ਨੇ ਪੁੱਛਿਆ, ਤੁਸੀਂ ਪਾਬਲੋ ਨਰੂਦਾ ਨੂੰ ਜਾਣਦੇ ਹੋ? ਪਾਬਲੋ ਨਰੂਦਾ ਨੇ ਕਿਹਾ, ਹਾਂ, ਇਹ ਮੂਰਤੀ ਮੈਂ ਉਸੇ ਨੂੰ ਭੇਟ ਕਰਨੀ ਹੈ। ਖਰੀਦ ਲਿਆਇਆ। ਧੰਨਵਾਦ। ਲਾਨਤ। ਇੱਕ ਵਾਰੀ ਬੇਗਮ ਅਖਤਰ ਨੇ ਇੱਕ ਸਾਜ਼ਿੰਦੇ ਨੂੰ ਸੁਣਿਆ। ਉਹ ਉਹਦੇ ਹੁਨਰ 'ਤੇ ਕੁਰਬਾਨ ਸੀ। ਉਹ ਉਹਦੀ ਸ਼ਾਗਿਰਦ ਬਣ ਕੇ ਉਸ ਸਾਜ਼ ਦੀ ਮੁਹਾਰਤ ਹਾਸਲ ਕਰਨਾ ਚਾਹੁੰਦੀ ਸੀ। ਪੈਗਾਮ ਭੇਜਿਆ,
ਸਜਿੰਦੇ ਨੇ ਆਖਿਆ, ਜੇ ਬੇਗਮ ਅਖਤਰ ਆਪਣੇ ਕੰਨਾਂ ਦੇ ਹੀਰੇ ਤੋਹਫੇ ਵਜੋਂ ਭੇਟ ਕਰੇ ਤਾਂ ਇਹ ਫਰਮਾਇਸ਼ ਕਬੂਲ ਕੀਤੀ ਜਾ ਸਕਦੀ ਹੈ। ਉਹਦੀ ਇਹ ਸ਼ਰਤ ਸੁਣ ਕੇ ਬੇਗਮ ਅਖਤਰ ਨੇ ਕਿਹਾ, ਲਾਨਤ ਭੇਜੋ ਉਸकी ਜ਼ਾਤ ਪਰ ਜੋ ਤਾਰੀਫ का सौदा करे। ਧੰਨਵਾਦ। ਰਿਸ਼ਤੇ। ਰਿਸ਼ਤਿਆਂ ਦੀਆਂ ਕਈ ਵੰਨਗੀਆਂ ਹਨ। ਖੂਨ ਦੇ ਰਿਸ਼ਤੇ, ਭੈਣ ਭਰਾ, ਭਰਾ ਭਰਾ, ਭੈਣ ਭੈਣ। ਜਨਮ ਦੇ ਰਿਸ਼ਤੇ, ਮਾਂ ਪੁੱਤਰ, ਮਾਂ ਧੀ, ਪਿਓ ਧੀ, ਪਿਓ ਪੁੱਤਰ। ਪਰਿਵਾਰਿਕ ਰਿਸ਼ਤੇ, ਚਾਚਾ ਭਤੀਜਾ, ਮਾਮਾ ਭਾਂਜਾ, ਨਾਨਾ ਦੋਤਾ, ਚਾਚੀ ਤਾਈ, ਮਾਸੀ ਭੂਆ। ਵਿਆਹ ਦੇ ਰਿਸ਼ਤੇ, ਸੱਸ ਨੂੰ, ਸਹੁਰਾ ਜਵਾਈ, ਨਣਦ ਭਰਜਾਈ, ਦਿਓਰ ਦਰਾਣੀ, ਜੇਠ ਜਠਾਣੀ, ਕੁੜਮ ਕੁੜਮਣੀ, ਸਾਲੀ ਜੀਜਾ। ਸਨੇਹ ਤੇ ਸਤਿਕਾਰ ਦੇ ਰਿਸ਼ਤੇ, ਦੋਸਤ ਸਹੇਲੀ। ਧੰਨਵਾਦ। ਪ੍ਰਵਾਨਗੀ। ਰਾਜਾ ਰਾਮ ਮੋਹਨ ਰਾਏ ਆਧੁਨਿਕ ਭਾਰਤ ਦੇ ਨਿਰਮਾਤਾ ਸਨ। ਉਹਨਾਂ ਨੇ ਭਾਰਤ ਵਿੱਚ ਪੱਛਮੀ ਸਿੱਖਿਆ ਪ੍ਰਣਾਲੀ ਦਾ ਪੱਖ ਪੂਰਿਆ। ਉਹਨਾਂ ਨੇ ਹੀ ਸਤੀ ਦੀ ਰਸਮ ਹਟਵਾਈ। ਉਹ ਭਾਰਤੀਆਂ ਤੇ ਅੰਗਰੇਜ਼ਾਂ ਵਿੱਚ ਵਿਚੋਲੇ ਸਨ। ਉਹਨਾਂ ਦੇ 2 ਘਰ ਸਨ, ਬੰਗਾਲੀ ਘਰ ਤੇ ਯੂਰਪੀਨ ਘਰ। ਬੰਗਾਲੀ ਘਰ ਸਭ ਪੱਖੋਂ ਬੰਗਾਲੀ ਸੀ ਤੇ ਯੂਰਪੀਨ ਘਰ ਸਭ ਪੱਖੋਂ ਯੂਰਪੀਨ ਸੀ। ਉਹ ਸ਼ਾਮ ਤੋਂ ਸਵੇਰ ਤੱਕ ਬੰਗਾਲੀ ਘਰ 'ਚ ਗੁਜ਼ਾਰਦੇ ਸਨ ਤੇ ਸਵੇਰ ਤੋਂ ਸ਼ਾਮ ਤੱਕ ਯੂਰਪੀਨ ਘਰ 'ਚ ਹੁੰਦੇ ਸਨ। ਉਸ ਵੇਲੇ ਰਾਜਾ ਰਾਮ ਮੋਹਨ ਰਾਏ ਹੀ ਨਹੀਂ, ਬਹੁਤੇ ਸ਼ਹਿਰੀ ਭਾਰਤੀ ਵੀ 2 ਪੱਧਰਾਂ 'ਤੇ ਜਿਉਂਦੇ ਸਨ। ਉਸ ਸਮੇਂ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਵੀ ਦੂਰੀ ਪਰ ਵੱਖਰੀ ਵਿਵਸਥਾ ਸੀ। ਹਰ ਰਜਵਾੜੇ ਦੇ ਵੀ 2 ਘਰ ਹੁੰਦੇ ਸਨ। ਇੱਕ ਘਰ ਪਿੰਡ 'ਚ ਹੁੰਦਾ ਸੀ, ਦੂਜਾ ਖੇਤ ਵਿੱਚ। ਪਿੰਡ ਵਾਲੇ ਘਰ ਨੂੰ ਜਾਇਜ਼ ਘਰ ਕਿਹਾ ਜਾਂਦਾ ਸੀ, ਜਿੱਥੇ ਰਜਵਾੜਾ ਜਾਂ ਯਾਦਵ ਆਪਣੀ ਵਿਆਹੀ ਇਸਤਰੀ ਨਾਲ ਰਹਿੰਦਾ ਸੀ। ਦੂਜਾ ਘਰ ਖੇਤ ਵਿੱਚ ਹੁੰਦਾ ਸੀ, ਜਿਸ ਨੂੰ ਨਾਜਾਇਜ਼ ਘਰ ਕਿਹਾ ਜਾਂਦਾ ਸੀ, ਜਿੱਥੇ ਰਜਵਾੜਾ ਆਪਣੀ ਰਖੇਲ ਨਾਲ ਰਹਿੰਦਾ ਸੀ। ਇਹ ਵਿਵਸਥਾ ਨਿਰਵਿਘਨ ਚੱਲਦੀ ਸੀ ਕਿਉਂਕਿ ਇਸ ਨੂੰ ਸਮਾਜ ਦੀ ਪ੍ਰਵਾਨਗੀ ਸੀ। ਧੰਨਵਾਦ। ਹਾਂ ਪੱਖੀ। ਜਿਵੇਂ ਮੁਸਲਮਾਨਾਂ ਲਈ ਰੋਜ਼ਿਆਂ ਦਾ ਮਹੀਨਾ ਹੁੰਦਾ, ਉਵੇਂ ਈਸਾਈ ਧਰਮ ਵਿੱਚ ਇਸੇ ਕਿਸਮ ਦਾ ਲੈਂਟ ਦਾ ਮਹੀਨਾ ਹੁੰਦਾ ਹੈ। ਵਰਤ ਵਾਲੇ ਦਿਨ ਇੱਕ ਪਾਦਰੀ ਕਾਫੀ ਹਾਊਸ ਵਿੱਚ ਕਾਫੀ ਦਾ ਪਿਆਲਾ ਪੀ ਰਿਹਾ ਸੀ। ਵਰਤ ਦੌਰਾਨ ਈਸਾਈਆਂ ਨੂੰ ਕਾਫੀ ਪੀਣ ਦੀ ਆਗਿਆ ਹੁੰਦੀ ਹੈ। ਨਾਲ ਦੇ ਮੇਜ਼ 'ਤੇ ਚਰਚ ਦਾ ਮੈਂਬਰ ਇੱਕ ਜਵਾਨ ਕੇਕ ਖਾ ਰਿਹਾ ਸੀ। ਜਵਾਨ ਨੇ ਪਾਦਰੀ ਨੂੰ ਵੇਖ ਕੇ ਕਿਹਾ, ਫਾਦਰ ਮਾਫ਼ ਕਰਨਾ। ਨਿੰਦਾ ਕਰਨ ਦੀ ਬਜਾਏ ਪਾਦਰੀ ਨੇ ਕਿਹਾ, ਕੇਕ ਖਾਣ ਬਾਰੇ ਡਾਕਟਰ ਨੇ ਕਿਹਾ ਹੋਵੇਗਾ। ਇਹ ਪਾਦਰੀ ਦਾ ਹਾਂ ਪੱਖੀ ਦ੍ਰਿਸ਼ਟੀਕੋਣ ਸੀ। ਧੰਨਵਾਦ। ਉਜੜਿਆ ਚਮਨ। ਇੱਕ ਰੂਸੀ ਜੋੜੇ ਦਾ ਆਪਸ ਵਿੱਚ ਬੜਾ ਪਿਆਰ ਸੀ। ਹਰ ਦਿਨ ਵਿਆਹ ਦੇ ਪਹਿਲੇ ਦਿਨ ਵਰਗਾ ਸੀ। ਚਾਈਂ ਉਹ ਸਵੇਰੇ ਉਸਨੂੰ ਭੇਜਦੀ ਸੀ, ਚਾਵਾਂ ਨਾਲ ਉਡੀਕਦੀ ਸੀ। ਜਦੋਂ ਆਉਂਦਾ ਸੀ ਗੇਟ ਖੋਲ੍ਹਦੀ ਸੀ, ਖੋਲ੍ਹ ਕੇ ਕਾਰ ਵਿੱਚ ਬਹਿ ਜਾਂਦੀ ਸੀ ਤੇ ਗੈਰੇਜ ਤੱਕ ਪਤੀ ਦੇ ਨਾਲ ਬਹਿ ਕੇ ਆਉਂਦੀ ਸੀ। ਇੱਕ ਦਿਨ ਪਤੀ ਨਾਲ ਉਹਦਾ ਅਧਿਕਾਰੀ ਬੜਾ ਗੁੱਸੇ ਹੋਇਆ। ਪਤੀ ਭਰਿਆ ਪੀਤਾ ਸੀ। ਰੋਜ਼ ਵਾਂਗ ਜਿਉਂ ਹੀ ਪਤਨੀ ਨੇ ਵਿੱਚ ਬਹਿਣ ਲਈ ਕਾਰ ਦਾ ਦਰਵਾਜ਼ਾ ਖੋਲ੍ਹਿਆ, ਗੁੱਸੇ ਨਾਲ ਉਬਲ ਰਹੇ ਪਤੀ ਨੇ ਕਿਹਾ, ਨਹੀਂ ਬੈਠਣਾ, ਮੈਂ ਤੇਰੀ ਬੁੜਬੁੜ ਤੋਂ ਅੱਕ ਗਿਆ ਹਾਂ। ਤੈਨੂੰ ਹਰ ਵੇਲੇ ਪਿਆਰ ਤੋਂ ਸਿਵਾਏ ਹੋਰ ਕੋਈ ਕੰਮ ਹੀ ਨਹੀਂ। ਜਿਹੜਾ ਗੁੱਸਾ ਉਹਦੇ ਅਫਸਰ ਨੇ ਉਸ 'ਤੇ ਡੋਲਿਆ ਸੀ, ਉਹ ਸਾਰਾ ਉਹਨੇ ਪਤਨੀ 'ਤੇ ਉਲਟਾ ਦਿੱਤਾ। ਵਾਸਤਵ ਵਿੱਚ ਪਤੀ ਘਰ ਹੀ ਦਫ਼ਤਰ ਚੁੱਕ ਲਿਆਇਆ ਸੀ। ਉਹ ਦਫ਼ਤਰ ਨੂੰ ਦਫ਼ਤਰ ਛੱਡਣਾ ਭੁੱਲ ਗਿਆ ਸੀ। ਪਤਨੀ ਦੇ ਕੋਮਲ ਦਿਲ ਦਾ ਕਮਲ ਕੁਮਲਾ ਗਿਆ। ਉਹਨੇ ਪਤੀ ਦੇ ਬੋਲ ਦਿਲ ਨੂੰ ਲਾ ਲਏ। ਉਹ ਗੂੰਗੀ ਹੋ ਗਈ। ਉਹ ਹਰ ਵੇਲੇ ਕੋਈ ਗੁਆਚੀ ਚੀਜ਼ ਲੱਭਦੀ ਰਹਿੰਦੀ ਸੀ। ਉਹ ਬਿਮਾਰ ਰਹਿਣ ਲੱਗ ਪਈ। 40 ਸਾਲ ਬਿਮਾਰ ਰਹੀ। ਉਜੜੇ ਚਮਨ ਵਿੱਚ ਫੇਰ ਕਦੇ ਬਹਾਰ ਨਾ ਆਈ। ਧੰਨਵਾਦ। ਹਾਜ਼ਰ ਜਵਾਬੀ। ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸ਼ੇਰ ਸਿੰਘ ਇੱਕ ਵਾਰੀ ਸਾਦੇ ਕੱਪੜਿਆਂ ਵਿੱਚ ਹੀ ਦਰਬਾਰ 'ਚ ਆ ਗਿਆ, ਜਦੋਂ ਕਿ ਬਾਕੀਆਂ ਨੇ ਹੀਰੇ ਗਹਿਣੇ ਪਾਏ ਹੋਏ ਸਨ। ਮਹਾਰਾਜੇ ਨੇ ਗਹਿਣੇ ਨਾ ਪਹਿਨਣ ਦਾ ਕਾਰਨ ਪੁੱਛਿਆ ਤਾਂ ਸ਼ੇਰ ਸਿੰਘ ਨੇ ਮਿਆਨ ਵਿੱਚੋਂ ਤਲਵਾਰ ਕੱਢ ਕੇ ਕਿਹਾ, ਇਹ ਤਲਵਾਰ ਮੇਰਾ ਗਹਿਣਾ ਹੈ। ਮਹਾਰਾਜੇ ਨੇ ਉਹਦੀ ਹਾਜ਼ਰ ਜਵਾਬੀ ਦੀ ਸ਼ਾਬਾਸ਼ ਦਿੱਤੀ ਤੇ ਆਪਣੇ ਨਾਲ ਬੈਠਾ ਲਿਆ। ਧੰਨਵਾਦ। ਯੋਗਤਾ।
ਕਈ ਵਾਰੀ ਮੁਸ਼ਕਿਲਾਂ ਇੰਨੀਆਂ ਵੱਧ ਜਾਂਦੀਆਂ ਹਨ ਕਿ ਲੱਗਦਾ ਹੈ ਜਿਵੇਂ ਰੱਬ ਨੇ ਵੀ ਸਾਨੂੰ ਤਿਆਗ ਦਿੱਤਾ ਹੈ। ਹੌਲੀ ਹੌਲੀ ਸੋਝੀ ਹੁੰਦੀ ਹੈ ਕਿ ਜੋ ਹੋਇਆ ਹੈ ਉਹ ਚੰਗਾ ਹੀ ਹੋਇਆ ਹੈ। ਮੈਂ ਰੱਬ ਤੋਂ ਤਾਕਤ ਮੰਗੀ ਤਾਂ ਕਿ ਮੈਂ ਕੁਝ ਕਰ ਸਕਾਂ। ਮੈਂ ਸਰੀਰਕ ਪੱਖੋਂ ਕਮਜ਼ੋਰ ਸਾਂ। ਮੈਂ ਆਪਣੀ ਕਮਜ਼ੋਰੀ ਨੂੰ ਰੱਬ ਦੀ ਰਜ਼ਾ ਮੰਨ ਲਿਆ। ਕਮਜ਼ੋਰੀ ਨੇ ਮੈਨੂੰ ਰਜ਼ਾ ਮੰਨਣ ਦੀ ਹਿੰਮਤ ਦਿੱਤੀ। ਮੈਂ ਚੰਗੀ ਸਿਹਤ ਦੀ ਅਰਦਾਸ ਕੀਤੀ ਤਾਂ ਕਿ ਮੈਂ ਵੱਡੇ ਕੰਮ ਕਰ ਸਕਾਂ। ਮੈਂ ਮਹਿਸੂਸ ਕੀਤਾ ਕਿ ਵੱਡੇ ਭਾਵੇਂ ਨਹੀਂ, ਪਰ ਚੰਗੇ ਕੰਮ ਮੈਂ ਸਹਿਜੇ ਹੀ ਕਰ ਸਕਦਾ। ਮੈਂ ਧਨ ਮੰਗਿਆ ਤਾਂ ਕਿ ਮੈਂ ਪ੍ਰਸੰਨ ਹੋ ਸਕਾਂ। ਮੈਨੂੰ ਜਦੋਜਹਿਦ ਮਿਲੀ, ਜਿਸ ਰਾਹੀਂ ਧਨ ਦੀ ਪ੍ਰਾਪਤੀ ਹੋਈ। ਸਹੀ ਢੰਗ ਨਾਲ ਕੀਤੀ ਜਦੋਜਹਿਦ ਨੇ ਧਨ ਦੀ ਥੁੜ ਦੂਰ ਕਰ ਦਿੱਤੀ। ਮੈਂ ਰੁਤਬਾ ਮੰਗਿਆ ਤਾਂ ਕਿ ਮੈਂ ਹੋਰਾਂ ਦੀ ਪ੍ਰਸ਼ੰਸਾ ਕਮਾ ਸਕਾਂ। ਮੈਂ ਵੇਖਿਆ ਮੇਰੇ ਕੋਲ ਸਭ ਕੁਝ ਸੀ। ਮੈਂ ਹੋਰਾਂ ਦੀ ਮਦਦ ਕੀਤੀ। ਰੱਬ ਤੋਂ ਮੰਗ ਕੇ ਮੈਂ ਮਹਿਸੂਸ ਕੀਤਾ ਕਿ ਜੋ ਮੰਗਿਆ ਸੀ ਕੁਝ ਨਹੀਂ ਮਿਲਿਆ, ਪਰ ਜੋ ਤੇ ਜਿਸ ਦੀ ਲੋੜ ਸੀ, ਜਿਸ ਦੇ ਮੈਂ ਯੋਗ ਸੀ, ਉਹ ਸਭ ਕੁਝ ਮਿਲਿਆ। ਯੋਗਤਾ ਨਾਲੋਂ ਵਧੇਰੇ ਮਿਲਿਆ, ਬੇਹਿਸਾਬ ਮਿਲਿਆ ਤੇ ਮਿਲ ਰਿਹਾ ਹੈ। ਰੱਬ ਲੋੜ ਵੇਲੇ ਬੜੀ ਮਦਦ ਕਰਦਾ ਹੈ। ਧੰਨਵਾਦ। ਅਸਫਲਤਾ ਤੇ ਕਾਬੂ। ਜੇ ਅਸਫਲਤਾ ਕਾਬੂ 'ਚ ਆ ਜਾਏ ਤਾਂ ਸਫਲਤਾ ਵਾਪਰਨ ਲੱਗ ਪੈਂਦੀ ਹੈ। ਪਤੀ ਦੇ ਵਿਛੋੜੇ ਉਪਰੰਤ ਇੱਕ ਵਿਧਵਾ ਨੇ ਆਪਣੇ ਦਾਜ ਵਿੱਚ ਲਿਆਂਦੀ ਸਿਲਾਈ ਦੀ ਮਸ਼ੀਨ ਠੀਕ ਕਰਵਾਈ। ਕਿਸੇ ਵੇਲੇ ਸਿਲਾਈ ਦੇ ਲਈ ਸਿਖਲਾਈ ਨੂੰ ਵਰਤ ਕੇ ਆਪਣੇ ਪੁਰਾਣੇ ਸੂਟ ਠੀਕ ਕੀਤੇ। ਉਸ ਨੂੰ ਅਚਾਨਕ ਖਿਆਲ ਆਇਆ ਕਿ ਹਰੇਕ ਇਸਤਰੀ ਕੋਲ ਠੀਕ ਕਰਵਾਉਣ ਵਾਲੇ ਪੁਰਾਣੇ ਸੂਟ ਹੁੰਦੇ ਹਨ। ਸੋਚਿਆ ਤਾਂ ਉਹਨੇ ਨਵੇਂ ਸੂਟ ਸਿਉਣ ਬਾਰੇ ਸੀ, ਪਰ ਉਹਨੇ ਪੁਰਾਣੇ ਸੂਟ ਠੀਕ ਕਰਨ ਦਾ ਕੰਮ ਆਰੰਭਿਆ। ਪੁਰਾਣੇ ਸੂਟਾਂ ਨਾਲ ਨਵੇਂ ਵੀ ਆਉਣ ਲੱਗ ਪਏ। ਇਸ ਮਸ਼ੀਨ ਨਾਲ ਉਹਨੇ ਨਵਾਂ ਮਕਾਨ ਉਸਾਰਿਆ। ਤਿੰਨਾਂ ਵਿੱਚੋਂ 2 ਬੱਚੇ ਵਿਦੇਸ਼ ਪੜ੍ਹਨ ਲਈ ਭੇਜੇ। ਧੀ ਨੂੰ ਡਾਕਟਰ ਬਣਾਇਆ। ਪਰਵਾਹ ਨਾ ਕੀਤੀ ਕਿ ਲੋਕ ਕੀ ਕਹਿੰਦੇ ਹਨ। ਉਹ ਜਾਣਦੀ ਸੀ ਕਿ ਕਿਸੇ ਕੋਲ ਵਕਤ ਨਹੀਂ ਕਿਸੇ ਬਾਰੇ ਕੁਝ ਕਹਿਣ ਦਾ। ਧੰਨਵਾਦ। ਤਿਆਰੀ। ਇੱਕ ਔਰਤ ਦਾ ਡਰਾਈਵਿੰਗ ਲਾਇਸੈਂਸ ਨਹੀਂ ਸੀ ਬਣ ਰਿਹਾ। ਸਵਾਲਾਂ ਜਵਾਬਾਂ ਦੀ ਗੱਲਬਾਤ ਦਾ ਤੀਜੀ ਵਾਰ ਟੈਸਟ ਹੋ ਰਿਹਾ ਸੀ। ਇੰਸਪੈਕਟਰ ਨੇ ਕਿਹਾ, ਤੁਸੀਂ ਬਿਨਾਂ ਤਿਆਰੀ ਦੇ ਆ ਜਾਂਦੇ ਹੋ, ਤਿਆਰੀ ਕਰਕੇ ਆਇਆ ਕਰੋ। ਔਰਤ ਨੇ ਕਿਹਾ, ਤੁਸੀਂ ਮੈਨੂੰ ਪਰੇਸ਼ਾਨ ਕਰਨ ਦਾ ਫਿਰ ਡਰਾਮਾ ਕਰਨ ਲੱਗ ਪਏ ਹੋ, ਮੈਂ ਸ਼ਿਕਾਇਤ ਕਰਾਂਗੀ। ਇੰਸਪੈਕਟਰ ਨੇ ਕਿਹਾ, ਤੁਸੀਂ ਟੈਸਟ ਦਿਓ, ਮੈਂ ਟੈਸਟ ਰਿਕਾਰਡ ਕਰਾਂਗਾ। ਮੰਨ ਲਓ ਤੁਸੀਂ ਤੇਜ਼ ਰਫ਼ਤਾਰ ਨਾਲ ਖਾਲੀ ਸੜਕ 'ਤੇ ਜਾ ਰਹੇ ਹੋ ਅਤੇ ਅਚਾਨਕ ਸਾਹਮਣਿਓਂ ਇੱਕੋ ਵੇਲੇ ਇੱਕ ਬਜ਼ੁਰਗ, ਨਵੇਂ ਰੋਜ਼ਗਾਰ 'ਤੇ ਲੱਗਾ ਇੱਕ ਨੌਜਵਾਨ ਤੇ ਇੱਕ ਬੱਚਾ ਆ ਜਾਂਦੇ ਹਨ। ਤੁਸੀਂ ਕਿਸ ਨੂੰ ਮਾਰੋਗੇ? ਔਰਤ ਨੇ ਚੁਸਤੀ ਨਾਲ ਜਵਾਬ ਦਿੱਤਾ, ਮੈਂ ਬਜ਼ੁਰਗ ਨੂੰ ਮਾਰਾਂਗੀ। ਨਹੀਂ ਮੈਡਮ, ਤੁਸੀਂ ਬ੍ਰੇਕ ਮਾਰੋਗੇ। ਇਸੇ ਕਰਕੇ ਕਹਿ ਰਿਹਾ ਕਿ ਤਿਆਰੀ ਕਰਕੇ ਆਇਆ ਕਰੋ। ਧੰਨਵਾਦ। ਮਨ ਢਾਲਣਾ। ਇੱਕ ਆਸ਼ਰਮ ਵਿੱਚ ਇੱਕ ਸ਼ਰਧਾਲੂ ਗਊ ਭੇਟ ਕਰਕੇ ਗਿਆ। ਚੇਲੇ ਨੇ ਖੁਸ਼ਖਬਰੀ ਦਿੱਤੀ ਤਾਂ ਗੁਰੂ ਨੇ ਕਿਹਾ, ਚਲੋ ਚੰਗਾ ਹੋਇਆ, ਚੰਗਾ ਦੁੱਧ ਪੀਣ ਨੂੰ ਮਿਲੇਗਾ। ਥੋੜ੍ਹੇ ਦਿਨਾਂ ਮਗਰੋਂ ਚੇਲੇ ਨੇ ਗੁਰੂ ਨੂੰ ਨਵੀਂ ਸੂਚਨਾ ਦਿੱਤੀ, ਮਹਾਰਾਜ ਉਹ ਆਪਣੀ ਗਊ ਵਾਪਸ ਲੈ ਗਿਆ ਹੈ। ਗੁਰੂ ਬੋਲਿਆ, ਇਹ ਉਸ ਤੋਂ ਵੀ ਚੰਗਾ ਹੋਇਆ, ਗੋਹੇ ਕੂੜੇ ਤੋਂ ਤੁਹਾਡਾ ਖਹਿੜਾ ਛੁੱਟਿਆ। ਗੁਰੂ ਜਾਣਦਾ ਸੀ ਕਿ ਸਥਿਤੀ ਬਦਲਣ ਨਾਲ ਜੇ ਆਪਣਾ ਮਨ ਵੀ ਉਸ ਅਨੁਸਾਰ ਢਾਲ ਲਿਆ ਜਾਏ ਤਾਂ ਦੁੱਖ ਵੀ ਸੁੱਖ ਹੋ ਜਾਂਦਾ ਹੈ। ਧੰਨਵਾਦ। ਪਾਇਲਟ। ਜਦੋਂ ਜਹਾਜ਼ ਉੱਪਰ ਪਹੁੰਚ ਜਾਂਦਾ ਹੈ ਤਾਂ ਪਾਇਲਟ ਉਹਨੂੰ ਆਟੋ ਪਾਇਲਟ 'ਤੇ ਲਾ ਦਿੰਦਾ ਹੈ। ਜਹਾਜ਼ ਦੇ ਯੰਤਰ ਉਹਨੂੰ ਠੀਕ ਰਸਤੇ 'ਤੇ ਰੱਖਦੇ ਹਨ। ਜਹਾਜ਼ ਦੇ ਭਟਕਣ ਦੀ ਸੂਰਤ ਵਿੱਚ ਯੰਤਰ ਜਹਾਜ਼ ਨੂੰ ਠੀਕ ਰਸਤੇ 'ਤੇ ਲੈ ਆਉਂਦੇ ਹਨ। ਕਿਸੇ ਨੇ ਪੁੱਛਿਆ, ਜੇ ਯੰਤਰ ਹੀ ਜਹਾਜ਼ ਨੂੰ ਚਲਾਉਂਦੇ ਹਨ ਤਾਂ ਪਾਇਲਟਾਂ ਨੂੰ ਕਈ ਸਾਲ ਸਿਖਲਾਈ ਕਿਉਂ ਦਿੱਤੀ ਜਾਂਦੀ ਹੈ? ਸਿਖਲਾਈ ਇਸ ਲਈ ਦਿੱਤੀ ਜਾਂਦੀ ਹੈ ਕਿ ਜੇ ਯੰਤਰ ਫੇਲ ਹੋ ਜਾਣ ਤਾਂ ਪਾਇਲਟ ਨੇ ਜਹਾਜ਼ ਨੂੰ ਸੰਭਾਲਣਾ ਤੇ ਸੁਰੱਖਿਅਤ ਢੰਗ ਨਾਲ ਉਤਾਰਨਾ ਹੁੰਦਾ ਹੈ। ਧੰਨਵਾਦ। ਇਲਾਜ। ਇੱਕ ਹਸਪਤਾਲ ਵਿੱਚ ਜਿਨ੍ਹਾਂ ਮਰੀਜ਼ਾਂ ਨੂੰ ਦਾਖਲ ਕਰਕੇ ਲੰਮਾ ਅਰਸਾ ਇਲਾਜ ਕਰਨ ਦੀ ਲੋੜ ਪੈਂਦੀ ਸੀ, ਉਹਨਾਂ ਨੂੰ ਇੱਕ ਗਮਲਾ ਦਿੱਤਾ ਜਾਂਦਾ ਸੀ, ਜਿਸ ਵਿੱਚ ਲੱਗੇ ਬੂਟੇ ਦੀ ਦੇਖਭਾਲ ਉਸ ਮਰੀਜ਼ ਨੇ ਕਰਨੀ ਹੁੰਦੀ ਸੀ। ਇਉਂ ਮਰੀਜ਼ ਨੂੰ ਰੁਝੇਵਾਂ ਤੇ ਫੈਸਲੇ ਕਰਨ ਦੀ ਸੁਤੰਤਰਤਾ ਮਿਲ ਜਾਂਦੀ ਸੀ। ਇਸ ਨਾਲ ਮਰੀਜ਼ ਜਲਦੀ ਰਾਜੀ ਹੁੰਦੇ ਸਨ, ਪ੍ਰਸੰਨ ਰਹਿੰਦੇ ਸਨ, ਖਿੜੇ ਹੋਏ
ਤੇ ਸੁਚੇਤ ਹੋ ਜਾਂਦੇ ਸਨ। ਉਹ ਸਵੇਰੇ ਸ਼ਾਮ ਬੂਟੇ ਦਾ ਧਿਆਨ ਰੱਖਦੇ ਸਨ। ਇਹ ਮਨੋਵਿਗਿਆਨਿਕ ਇਲਾਜ ਸੀ। ਧੰਨਵਾਦ। ਕਾਮਯਾਬ। ਸੰਸਾਰ ਵਿੱਚ ਜਿੰਨੇ ਵੀ ਕਾਮਯਾਬ ਹੋਏ ਹਨ, ਉਹਨਾਂ ਵਿੱਚੋਂ ਬਹੁਤਿਆਂ ਨੇ ਅਕਸਰ ਬਚਪਨ ਵਿੱਚ ਮਜ਼ਦੂਰੀ ਕੀਤੀ ਸੀ, ਮਾਪਿਆਂ ਨੂੰ ਸਹਿਯੋਗ ਦਿੱਤਾ ਸੀ, ਭਾਂਤ-ਭਾਂਤ ਦੇ ਕੰਮ ਕੀਤੇ ਸਨ। ਜਵਾਨੀ ਦੌਰਾਨ ਆਪਣੇ ਹਿੱਸੇ ਨਾਲੋਂ ਵਧੇਰੇ ਕੰਮ ਕੀਤਾ ਸੀ। ਭੋਜਨ, ਨੀਂਦਰ, ਆਰਾਮ, ਮਨੋਰੰਜਨ ਦੇ ਪੱਖੋਂ ਇਹ ਥੋੜ੍ਹੇ ਰਹੇ, ਪਰ ਸਿਹਤ ਦੇ ਪੱਖੋਂ ਇਹ ਤੰਦਰੁਸਤ ਰਹੇ। ਜੀਵਨ ਨੂੰ ਮਾਣਨ, ਸੰਸਾਰ ਨੂੰ ਵੇਖਣ, ਅਜਨਬੀਆਂ ਦੇ ਸੰਪਰਕ ਵਿੱਚ ਆਉਣ ਦੇ ਪੱਖੋਂ ਇਹ ਬੜੇ ਖੁਸ਼ਹਾਲ ਰਹੇ ਹੁੰਦੇ ਹਨ। ਧੰਨਵਾਦ। ਅਦਾਲਤ ਦਾ ਤਰਕ। ਟੈਲੀਫੋਨ ਦੇ ਨਿਰਮਾਣ ਦਾ ਸਿਹਰਾ ਗ੍ਰਾਹਮ ਬੈਲ ਦੇ ਸਿਰ ਬੰਨ੍ਹਿਆ ਜਾਂਦਾ ਹੈ, ਪਰ ਇਹਦੀ ਕਾਢ ਰਈਸ ਨੇ ਕੱਢੀ ਸੀ। ਰਈਸ ਸੰਗੀਤ ਦੀਆਂ ਧੁਨਾਂ ਭੇਜਣ ਵਿੱਚ ਸਫਲ ਹੋਇਆ ਸੀ, ਪਰ ਬੈਲ ਨੇ ਉਹਦੀ ਕਾਢ ਨੂੰ ਆਧਾਰ ਬਣਾ ਕੇ ਮਨੁੱਖੀ ਆਵਾਜ਼ਾਂ ਭੇਜਣ ਦਾ ਪ੍ਰਬੰਧ ਕੀਤਾ ਸੀ। ਰਈਸ ਨੇ ਅਦਾਲਤ ਵਿੱਚ ਟੈਲੀਫੋਨ ਦੀ ਕਾਢ ਕੱਢਣ ਦਾ ਦਾਅਵਾ ਕੀਤਾ। ਅਦਾਲਤ ਨੇ ਫੈਸਲਾ ਸੁਣਾਇਆ ਕਿ ਰਈਸ ਨੇ ਸੰਗੀਤ ਦੀਆਂ ਧੁਨਾਂ ਭੇਜਣ ਤੱਕ ਟੈਲੀਫੋਨ ਦਾ ਵਿਕਾਸ ਕੀਤਾ ਸੀ। ਮਨੁੱਖੀ ਆਵਾਜ਼ ਭੇਜਣ ਲਈ ਯੰਤਰ ਵਿੱਚ ਕੁਝ ਹੋਰ ਜੋੜਨ ਦੀ ਲੋੜ ਸੀ। ਬੈਲ ਨੇ ਰਈਸ ਦੇ ਫੋਨ ਵਿੱਚ ਇੱਕ ਪੇਚ ਜੋੜਿਆ ਸੀ, ਜਿਸ ਨਾਲ ਮਨੁੱਖੀ ਆਵਾਜ਼ਾਂ ਭੇਜੀਆਂ ਜਾ ਸਕਦੀਆਂ ਸਨ। ਟੈਲੀਫੋਨ ਦਾ ਇਹ ਅਗਲੇਰਾ ਪੜਾਅ ਗ੍ਰਾਹਮ ਬੈਲ ਨੇ ਸੰਭਵ ਬਣਾਇਆ ਸੀ। ਰਈਸ ਕਾਢ ਕੱਢਣ ਵਿੱਚ ਅਸਫਲ ਨਹੀਂ ਹੋਇਆ। ਉਹ ਕਾਢ ਨੂੰ ਇੱਕ ਪੜਾਅ ਤੱਕ ਲੈ ਜਾ ਕੇ ਰੁਕ ਗਿਆ ਤੇ ਅਗਲੇਰਾ ਕਾਰਜ ਗ੍ਰਾਹਮ ਬੈਲ ਨੇ ਕੀਤਾ। ਇਹ ਅਦਾਲਤ ਦਾ ਤਰਕ ਸੀ। ਧੰਨਵਾਦ। ਗਰੀਬੀ ਵਿੱਚੋਂ ਉੱਠਿਆ ਵਿਅਕਤੀ ਸਭ ਕੁਝ ਗੁਆਉਣ ਮਗਰੋਂ ਵੀ ਜ਼ਿੰਦਗੀ ਨੂੰ ਨਵੇਂ ਸਿਰਿਓਂ ਆਰੰਭ ਕਰ ਲੈਂਦਾ ਹੈ, ਪਰ ਅਮੀਰੀ ਤੇ ਸੁੱਖਾਂ ਵਿੱਚ ਪਲਿਆ ਵਿਅਕਤੀ ਸਭ ਕੁਝ ਗੁਆਉਣ ਮਗਰੋਂ ਫਿਰ ਉਭਰਨ ਦਾ ਉਪਰਾਲਾ ਹੀ ਨਹੀਂ ਕਰਦਾ। ਧੰਨਵਾਦ। ਸੋਹਣੀਆਂ ਔਰਤਾਂ। ਜਦੋਂ 20ਵੀਂ ਸਦੀ ਦੇ ਮੁੱਢ ਵਿੱਚ ਜਦੋਜਹਿਦ ਉਪਰੰਤ ਇਸਤਰੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ, ਤਾਂ ਸੋਹਣੀਆਂ ਇਸਤਰੀਆਂ ਵੋਟ ਨਹੀਂ ਸੀ ਪਾਉਂਦੀਆਂ। ਇਹ ਗੱਲ ਪ੍ਰਚਲਿਤ ਹੋਈ ਕਿ ਵੋਟ ਪਾਉਣ ਲਈ ਲਾਈਨ 'ਚ ਖਲੋਣਾ ਆਮ ਸਧਾਰਨ ਇਸਤਰੀਆਂ ਦਾ ਕੰਮ ਹੈ। ਇਸ ਕਾਰਨ ਲਗਭਗ ਹਰੇਕ ਇਸਤਰੀ ਆਪਣੇ ਆਪ ਨੂੰ ਸੋਹਣੀ ਦੱਸ ਕੇ ਵੋਟ ਪਾਉਣ ਹੀ ਨਹੀਂ ਸੀ ਜਾਂਦੀ। ਧੰਨਵਾਦ। ਪੇਸ਼ਕਸ਼। 1936 ਵਿੱਚ ਬਰਲਿਨ ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਹਾਕੀ ਟੀਮ ਦਾ ਜਰਮਨੀ ਦੀ ਹਾਕੀ ਟੀਮ ਨਾਲ ਮੁਕਾਬਲਾ ਹੋਇਆ। ਹਿਟਲਰ ਮੈਚ ਵੇਖ ਰਿਹਾ ਸੀ। ਭਾਰਤ ਦੀ ਟੀਮ ਨੇ ਜਰਮਨ ਟੀਮ 'ਤੇ 1 ਗੋਲ ਦੇ ਮੁਕਾਬਲੇ 8 ਗੋਲ ਕੀਤੇ। ਮੈਚ ਮਗਰੋਂ ਹਿਟਲਰ ਭਾਰਤੀ ਟੀਮ ਦੇ ਧਿਆਨ ਚੰਦ ਨੂੰ ਮਿਲਿਆ ਤੇ ਉਸ ਨੂੰ ਜਰਮਨ ਨਾਗਰਿਕਤਾ ਦੇਣ ਤੇ ਫੌਜ ਵਿੱਚ ਉੱਚਾ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ, ਪਰ ਭਾਰਤੀ ਹੋਣ ਦਾ ਮਾਣ ਕਰਨ ਵਾਲਾ ਧਿਆਨ ਚੰਦ ਇਸ ਪੇਸ਼ਕਸ਼ ਨੂੰ ਧੰਨਵਾਦ ਸਹਿਤ ਅਸਵੀਕਾਰ ਕਰਨ ਨਾਲ ਸਾਰੇ ਭਾਰਤ ਦਾ ਨਾਇਕ ਬਣ ਗਿਆ ਤੇ ਸਭ ਪਾਸੇ ਧਿਆਨ ਚੰਦ ਹੋ ਗਈ। ਧੰਨਵਾਦ। ਸਹਿਯੋਗ। ਇਸਤਰੀ ਨੇ ਜਦੋਂ ਜਾਣ ਲਿਆ ਕਿ ਉਹ ਪੁਰਸ਼ ਨਾਲ ਲੜ ਨਹੀਂ ਸਕਦੀ, ਤਾਂ ਉਹਨੇ ਮੁਕਾਬਲੇ ਦੀ ਥਾਂ ਸਹਿਯੋਗ ਦੀ ਨੀਤੀ ਅਪਣਾਉਣ ਦੀ ਸਿਆਣਪ ਨਾਲ ਬਲਵਾਨ ਤੇ ਹਿੰਸਕ ਪੁਰਸ਼ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਤੇ ਪੁਰਸ਼ ਨੂੰ ਇਹ ਭਰਮ ਮਾਨਣ ਦਿੱਤਾ ਕਿ ਉਹ ਇਸਤਰੀ ਨੂੰ ਕਾਬੂ ਕਰਦਾ ਹੈ। ਧੰਨਵਾਦ। ਪਚਾਉਣਾ। ਕੁਦਰਤ ਦਾ ਪਹਿਲਾ ਨੇਮ ਹੈ ਕਿ ਜੇ ਖੇਤ ਵਿੱਚ ਬੀਜ ਨਾ ਸੁੱਟੇ ਜਾਣ ਤਾਂ ਕੁਦਰਤ ਆਪਣੀ ਮਰਜ਼ੀ ਨਾਲ ਖੇਤ ਨੂੰ ਘਾਹ ਫੂਸ ਨਾਲ ਭਰ ਦੇਵੇਗੀ। ਇਸੇ ਤਰ੍ਹਾਂ ਜੇ ਬੁੱਧੀ ਵਿੱਚ ਸਕਾਰਾਤਮਕ ਵਿਚਾਰ ਨਾ ਭਰੇ ਜਾਣ ਤਾਂ ਨਕਾਰਾਤਮਕ ਵਿਚਾਰ ਆਪ ਮੁਹਾਰੇ ਉੱਗ ਪੈਣਗੇ। ਕੁਦਰਤ ਦਾ ਦੂਜਾ ਨੇਮ ਹੈ ਕਿ ਜਿਸ ਕੋਲ ਜੋ ਹੁੰਦਾ ਹੈ ਉਹੀ ਚੀਜ਼ ਉਹ ਦੂਜਿਆਂ 'ਚ ਵੰਡਦਾ ਹੈ। ਸੁਖੀ ਸੁੱਖ ਵੰਡਦਾ ਹੈ, ਦੁਖੀ ਦੁੱਖ ਵੰਡਦਾ ਹੈ, ਗਿਆਨੀ ਗਿਆਨ ਵੰਡਦਾ ਹੈ, ਭਰਮੀ ਭਰਮ ਵੰਡਦਾ ਹੈ। ਕੁਦਰਤ ਦਾ ਤੀਜਾ ਨੇਮ ਹੈ ਕਿ ਜ਼ਿੰਦਗੀ ਵਿੱਚ ਜੋ ਵੀ ਚੰਗਾ ਮਾੜਾ ਮਿਲੇ ਉਹਨੂੰ ਪਚਾਉਣਾ ਸਿੱਖੋ। ਭੋਜਨ ਨਾ ਪਚਣ ਕਾਰਨ ਰੋਗ ਵੱਧਦੇ ਹਨ, ਗੱਲ ਨਾ ਪਚਣ ਕਾਰਨ ਚੁਗਲੀ ਵੱਧਦੀ ਹੈ, ਪ੍ਰਸ਼ੰਸਾ ਨਾ ਪਚਣ ਕਾਰਨ ਹੰਕਾਰ ਵੱਧਦਾ ਹੈ, ਨਿੰਦਿਆ ਨਾ ਪਚਣ ਕਾਰਨ ਦੁਸ਼ਮਣੀ ਵੱਧਦੀ ਹੈ, ਹਕੂਮਤ ਨਾ ਪਚਣ ਕਾਰਨ ਖਤਰਾ ਵੱਧਦਾ ਹੈ, ਸੁੱਖ ਨਾ ਪਚਣ ਕਾਰਨ ਪਾਪ ਵੱਧਦਾ ਹੈ। ਧੰਨਵਾਦ।